ਸਾਡੇ ਕੋਲ ਪ੍ਰਸ਼ਨਾਵਲੀ 1.2 ਆ, ਉਹਦਾ ਸੈਕੰਡ ਕੁਐਸਚਨ ਆ। ਸੈਕੰਡ ਵਿੱਚ ਕੀ ਕਹਿ ਰਿਹਾ, ਸੰਪੂਰਨ ਸੰਖਿਆਵਾਂ ਦੇ ਹੇਠਲੇ ਜੋੜਿਆਂ ਦਾ HCF ਅਤੇ LCM ਪਤਾ ਕਰੋ ਅਤੇ ਇਸ ਦੀ ਜਾਂਚ ਕਰੋ ਕਿ ਦੋ ਸੰਖਿਆਵਾਂ ਦਾ ਗੁਣਨਫਲ HCF ਗੁਣਾ LCM ਹੈ। ਯਾਨੀ ਇਹ ਦੋ ਸੰਖਿਆਵਾਂ ਸਾਨੂੰ ਦਿੱਤੀਆਂ, ਇਹਨਾਂ ਦੋਨਾਂ ਦਾ ਆਪਾਂ ਪਹਿਲਾਂ HCF ਕੱਢਣਾ ਯਾਨੀ ਮਾਸਾਵਾ ਅਤੇ ਫਿਰ LCM ਯਾਨੀ ਲਾਸਾਵਾ, ਦੋਨੇ ਕੱਢਣੇ ਆ। ਫਿਰ ਆਪਾਂ ਕੀ ਪ੍ਰੂਵ ਕਰਨਾ ਕਿ ਜੇ HCF ਅਤੇ LCM ਨੂੰ ਗੁਣਾ ਕਰ ਦਈਏ ਉਹ ਗੁਣਨਫਲ ਉਨਾ ਹੀ ਹੋਣਾ ਆ ਜਿੰਨਾ ਇਹ ਦੋਨਾਂ ਸੰਖਿਆਵਾਂ ਨੂੰ ਗੁਣਾ ਕਰਕੇ ਆਵੇਗਾ। ਯਾਨੀ ਇਹ ਦੋ ਸੰਖਿਆਵਾਂ ਦਿੱਤੀਆਂ, ਜੇ ਤੁਸੀਂ ਇਹਨਾਂ ਦੋਨਾਂ ਨੂੰ ਗੁਣਾ ਕਰ ਦਿਓ ਅਤੇ ਜਿੰਨਾ HCF ਆਏਗਾ ਅਤੇ LCM ਆਏਗਾ ਉਹਨਾਂ ਨੂੰ ਗੁਣਾ ਕਰ ਦਿਓ ਤਾਂ ਆਨਸਰ ਕਹਿੰਦਾ ਬਰਾਬਰ ਆਉਣੇ ਆ। ਤੁਸੀਂ ਇਹ ਚੈੱਕ ਕਰਨਾ, ਇਹਦੀ ਜਾਂਚ ਕਰਨੀ ਆ। ਜਾਂਚ ਕਰਨੀ ਮਤਲਬ ਫਾਰਮੂਲਾ ਤਾਂ ਹੈ ਹੀ ਆ ਵੀ ਦੋ ਸੰਖਿਆਵਾਂ ਦਾ ਗੁਣਨਫਲ ਜਿਹੜਾ ਉਹ ਬਰਾਬਰ ਹੁੰਦਾ HCF × LCM ਦੇ। ਤੁਸੀਂ ਜਾਂਚ ਕਰਨੀ ਆ, ਮਤਲਬ ਵੈਰੀਫਾਈ ਕਰਨਾ ਕਿ ਇਹ ਸੱਚ ਆ ਕਿ ਨਹੀਂ ਸੱਚ। ਠੀਕ ਹੈ ਨਾ, ਸੱਚ ਤਾਂ ਹੋਣਾ ਹੀ ਹੋਣਾ ਕਿਉਂਕਿ ਫਾਰਮੂਲਾ ਆ। ਤੁਸੀਂ ਇਹ ਚੈੱਕ ਕਰਕੇ ਦੇਖਣਾ ਹੈ ਇੱਥੇ। ਠੀਕ ਹੈ, ਤਾਂ ਇਹਦੇ ਲਈ ਕੀ ਕਰਨਾ, ਪਹਿਲਾਂ ਆਪਾਂ HCF ਕੱਢਣਾ ਦੋਨਾਂ ਦਾ, ਫਿਰ LCM ਕੱਢਣਾ ਦੋਨਾਂ ਦਾ। ਸੋ ਪਹਿਲਾਂ ਆਪਾਂ ਪਹਿਲਾ ਕੁਐਸਚਨ ਕਰਦੇ ਹਾਂ ਇਹਦਾ ਬੇਟਾ। ਸੋ HCF ਅਤੇ LCM ਬੇਟਾ, HCF ਆਪਾਂ ਯੂਕਲਿਡ ਵਨ ਐਲਗੋਰਿਥਮ ਨਾਲ ਤਾਂ ਕੀਤਾ ਹੀ ਆ। ਹੁਣ ਬੇਟਾ ਆਪਾਂ ਅਭਾਜ ਗੁਣਨਖੰਡ ਵਿਧੀ ਰਾਹੀਂ ਵੀ HCF ਸਿੱਖਣਾ ਆ। ਅਭਾਜ ਗੁਣਨਖੰਡ ਵਿਧੀ ਜਿਹਨੂੰ ਆਪਾਂ ਕਹਿੰਦੇ ਆ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਹੈ ਨਾ, ਉਹਦੇ ਨਾਲ ਵੀ ਆਪਾਂ ਇਹਨਾਂ ਦਾ ਕੀ ਹੈ HCF ਅਤੇ LCM ਕੱਢਣਾ ਸਿੱਖਣਾ ਹੈ। HCF ਕਿੱਦਾਂ ਕੱਢਣਾ, ਦੇਖੋ ਬੇਟਾ ਤੁਸੀਂ ਇੱਥੇ ਉਹਦੇ ਅਭਾਜ ਗੁਣਨਖੰਡ ਲਿਖਣੇ ਜਿੱਦਾਂ ਆਪਾਂ ਪਹਿਲੇ ਕੁਐਸਚਨ ਵਿੱਚ ਕੀਤੇ ਨਾ। ਅਭਾਜ ਸੰਖਿਆਵਾਂ ਨਾਲ ਹੀ ਇਹਨਾਂ ਨੂੰ ਆਪਾਂ ਇੱਥੇ ਕਰਨਾ ਆ। ਇਹਨਾਂ ਦੇ ਪਹਿਲਾਂ ਆਪਾਂ ਅਭਾਜ ਗੁਣਨਖੰਡ ਕਰਨੇ ਆ। ਹੁਣ ਪਹਿਲੀ ਅਭਾਜ ਸੰਖਿਆ ਕਿਹੜੀ ਆ, 2। ਠੀਕ ਆ, 2 ਤੋਂ ਸ਼ੁਰੂ ਕਰਨਾ। ਇੱਕ ਬੇਟਾ ਅਭਾਜ ਨਹੀਂ ਹੈ ਅਤੇ ਨਾ ਹੀ ਭਾਜ ਹੈ ਅਤੇ ਨਾ ਹੀ ਅਭਾਜ, ਕਿਉਂਕਿ ਇੱਕ ਨੂੰ ਸਿਰਫ ਇੱਕੋ ਹੀ ਨੰਬਰ ਡਿਵਾਈਡ ਕਰਦਾ 1। ਠੀਕ ਹੈ, ਜਿਹਨੂੰ 2 ਨੰਬਰ ਡਿਵਾਈਡ ਕਰਨ ਬੇਟਾ 2 ਹੀ ਨੰਬਰ ਡਿਵਾਈਡ ਕਰਨ ਉਹ ਹੁੰਦੀ ਆ ਅਭਾਜ। ਠੀਕ ਹੈ, ਅਤੇ ਜਿਹਨੂੰ 2 ਤੋਂ ਜ਼ਿਆਦਾ ਨੰਬਰ ਡਿਵਾਈਡ ਕਰਨ ਉਹ ਹੁੰਦਾ ਆ ਭਾਜ। ਤਾਂ ਇੱਕ ਦਾ ਤਾਂ ਬੇਟਾ ਇੱਕੋ ਹੀ ਫੈਕਟਰ ਆ 1, ਇਹ ਨਾ ਭਾਜ ਆ ਅਤੇ ਨਾ ਅਭਾਜ ਆ। ਠੀਕ ਹੈ ਨਾ, ਇਸ ਕਰਕੇ ਤੇ ਆਪਾਂ 2 ਤੋਂ ਸ਼ੁਰੂ ਕਰਦੇ ਹਾਂ। ਭਾਜ ਸੰਖਿਆਵਾਂ 2 ਤੋਂ ਸ਼ੁਰੂ ਹੁੰਦੀਆਂ, ਆਪਾਂ ਇਹਨੂੰ 2 ਨਾ ਕਰੀਏ। 2 × 2 6 ਵੱਜ ਗਿਆ, 2 × 6। ਹੁਣ ਬੇਟਾ ਥੱਲੇ 13 ਆ ਗਿਆ। 13 ਕੀ ਹੈ, ਇੱਕ ਅਭਾਜ ਸੰਖਿਆ ਹੈ, ਇਹ ਤੋਂ ਅੱਗੇ ਆਪਾਂ ਕਰ ਹੀ ਨਹੀਂ ਸਕਦੇ। ਠੀਕ ਹੈ, ਤਾਂ 26 ਨੂੰ ਆਪਾਂ ਕਿੱਦਾਂ ਲਿਖਿਆ, 2 × 13। ਇਸ ਤੋਂ ਬਾਅਦ ਬੇਟਾ 91 ਆ। 91 ਨੂੰ ਆਪਾਂ ਕੀ ਕਰਾਂਗੇ, ਇਹ 2 ਦਿਨ ਤਾਂ ਜਾਣੀ ਨਹੀਂ ਕਿਉਂਕਿ ਇੱਕ ਆਪਾਂ ਟਾਂਕ ਸੰਖਿਆ ਹੈ। ਠੀਕ ਹੈ, ਜਿਹਦੇ ਐਂਡ 'ਤੇ 0 2 4 6 8 ਹੋਵੇ ਉਹੀ 2 ਨਾਲ ਜਾਂਦੀ ਹੈ। ਇਹਨੂੰ ਆਪਾਂ ਬੇਟਾ 3 ਨਾਲ ਜੇ ਕਰਕੇ ਦੇਖੀਏ, 3 3 ਨੂੰ 1 ਵੱਜ ਜਾਣਾ ਮੇਰੇ ਕੋਲ। ਠੀਕ ਹੈ, ਅਤੇ ਜੇ ਮੈਂ 5 ਨਾਲ ਵੀ ਨਹੀਂ ਜਾਣੀ ਇਹ, ਫਿਰ 7 ਆਉਂਦਾ, 7 ਨਾਲ ਕਰਕੇ ਦੇਖੀਏ। 7 × ਬੇਟਾ 7, 7 9 'ਚੋਂ 7 ਕੱਢੀਏ 2 2 ਇਹਦੇ ਨਾਲ ਲੱਗ ਗਿਆ 21 ਬਣ ਗਿਆ। 7 ਤੀਆ 21, ਹੁਣ ਫੇਰ ਥੱਲੇ 13 ਵੱਜ ਗਏ। ਇਹ ਅਭਾਜ ਸੰਖਿਆ ਹੈ, ਇਹ ਤੋਂ ਅੱਗੇ ਜਾਣਾ ਨਹੀਂ। ਬਸ ਹੁਣ ਇਹਨੂੰ ਆਪਾਂ ਕੀ ਲਿਖਾਂਗੇ, 91 ਨੂੰ ਮੈਂ ਕਿੱਦਾਂ ਲਿਖਤਾ ਬੇਟਾ, 91 ਨੂੰ ਮੈਂ ਲਿਖਤਾ 7 × 13। ਠੀਕ ਹੈ, 91 ਨੂੰ ਲਿਖਤਾ 7 × 13। ਹੁਣ ਦੇਖੋ ਇਹਦੇ ਵਿੱਚ ਇਹਦਾ HCF ਬੇਟਾ ਕਿੱਦਾਂ ਕਰਨਾ। HCF ਜਿਹਨੂੰ ਆਪਾਂ ਕਹਿੰਦੇ ਆ ਮਾਸਾਵਾ, ਕਿੱਦਾਂ ਕੱਢੀ ਦਾ ਬੇਟਾ, ਤੁਸੀਂ ਪਹਿਲਾਂ ਦੇਖਣਾ ਦੋਨਾਂ 'ਚ ਕਾਮਨ ਕਿਹੜੇ ਆ। ਦੇਖੋ ਇਹਦੇ ਵਿੱਚ ਕੀ ਹੁੰਦਾ ਆ 13, ਇਹਦੇ ਵਿੱਚ ਵੀ ਬੇਟਾ 13 ਆਉਂਦਾ। ਜਿਹੜੇ ਦੋਨਾਂ 'ਚ ਆਉਂਦੇ ਆ ਪਹਿਲਾਂ ਤੁਸੀਂ ਉਹ ਲਿਖ ਲੈਣੇ ਆ। 13 ਦੋਨਾਂ 'ਚ ਆਉਂਦਾ। ਠੀਕ ਹੈ, ਫਿਰ ਇਹਦੀ ਪਾਵਰ ਲਿਖੀ ਦੀ ਆ ਸਭ ਤੋਂ ਛੋਟੀ। ਇੱਥੇ ਪਾਵਰ 13 ਦੀ 1 ਆ, 13 ਇੱਕ ਵਾਰੀ ਹੁੰਦਾ ਤਾਂ ਇੱਕੋ ਹੀ ਪਾਵਰ ਹੋਈ। ਇੱਥੇ ਵੀ 13 ਇੱਕ ਵਾਰੀ ਆਉਂਦਾ ਤਾਂ 13 ਦੀ ਪਾਵਰ 1 ਹੀ ਆ ਛੋਟੀ। ਜਿਹੜੀ ਕਾਮਨ ਆਉਂਦੀ ਆ ਦੋਨਾਂ 'ਚ ਉਹ ਲਿਖ ਕੇ ਬੇਟਾ ਉਹਦੀ ਛੋਟੀ ਪਾਵਰ ਜਿਹੜੀ ਆ ਉਹ ਆਪਾਂ ਲਿਖਣੀ ਆ। ਠੀਕ ਹੈ, ਇੱਥੇ ਕਿੰਨਾ ਆ ਗਿਆ 13 ਦੀ ਪਾਵਰ 1, ਇਹ ਸਾਡਾ ਆ ਗਿਆ HCF। ਠੀਕ ਹੈ, ਜਿਹਨੂੰ ਆਪਾਂ ਮਾਸਾਵਾ ਕਹਿੰਦੇ ਆ। ਹੁਣ ਬੇਟਾ ਲਾਸਾਵਾ ਕਿੱਦਾਂ ਕੱਢਣਾ, ਜਿਹਨੂੰ ਆਪਾਂ LCM ਕਹਿੰਦੇ ਆ। ਲਾਸਾਵਾ ਇਹ ਕਿੱਦਾਂ ਆਉਣਾ, ਇਹਦੇ ਲਈ ਕੀ ਕਰਨਾ ਬੇਟਾ, ਤੁਸੀਂ ਇਹਦੇ ਵਿੱਚ ਕੀ ਕੀਤਾ ਸੀ, ਆਪਾਂ ਇਹਨਾਂ ਦੀ ਜਿਹੜੇ ਕਾਮਨ ਸੀ ਉਹ ਲਿਖ ਲਏ ਸੀ ਅਤੇ ਉਹਦੀ ਪਾਵਰ ਛੋਟੀ ਲਿਖ ਲਈ ਸੀ। ਹੁਣ ਲਾਸਾਵਾ 'ਚ ਕੀ ਕਰਨਾ ਬੇਟਾ, ਤੁਸੀਂ ਸਾਰੇ ਜਿੰਨੇ ਫੈਕਟਰ 'ਚ ਦਿਖਾਈ ਦਿੰਦੇ ਸਾਰੇ ਲਿਖ ਲੈਣੇ ਆ। ਜਿੱਦਾਂ ਮੈਨੂੰ ਇਹ 'ਚ ਕੀ ਦਿੱਤਾ 2 13 7 13 ਫੇਰ 13 2 ਵਾਰੀ ਅਤੇ ਇੱਕੋ ਵਾਰੀ ਆਪਾਂ ਲਿਖਣਾ ਆ। ਤਾਂ ਲਾਸਾਵਾ ਕਿੱਦਾਂ ਆ ਗਿਆ, ਪਹਿਲਾਂ ਆਪਾਂ 2 ਲਿਖ ਲੈਣਾ, ਫਿਰ ਆਪਾਂ 7 ਲਿਖ ਲੈਣਾ, ਫਿਰ ਆਪਾਂ 13 ਲਿਖ ਲੈਣਾ। ਠੀਕ ਹੈ, ਸਾਰੇ ਲਿਖ ਲਏ। 13 2 ਵਾਰੀ ਨਹੀਂ ਲਿਖਣਾ ਬੇਟਾ, ਇੱਕੋ ਵਾਰੀ ਲਿਖਣਾ ਆ। ਪਹਿਲਾਂ ਇੱਕੋ ਵਾਰੀ ਲਿਖਣਾ ਆ, ਬਾਅਦ ਵਿੱਚ ਦੇਖਦੇ ਕੀ ਕਰਨਾ। ਹੁਣ ਬੇਟਾ ਦੇਖੋ ਇਹਨਾਂ ਵਿੱਚ ਆਪਾਂ ਜਿਹੜੇ ਪ੍ਰਾਈਮ ਫੈਕਟਰ ਲਿਖੇ ਆ, ਭਾਜ ਸੰਖਿਆ ਲਿਖਿਆ, ਭਾਜ ਗੁਣਨਖੰਡ ਲਿਖੇ ਆ, ਇਹਨਾਂ ਦੀ ਆਪਾਂ ਵੱਡੀ ਪਾਵਰ ਦੇਖਣੀ ਹੈ ਕਿਹੜੀ। ਦੋਨਾਂ 'ਚ ਦੇਖਣਾ ਜਿਹਦੀ ਵੱਡੀ ਪਾਵਰ ਉਹ ਲਾਉਣੀ ਆ। ਜਿੱਦਾਂ ਹੁਣ 2 ਇੱਥੇ 1 ਵਾਰੀ ਆਉਂਦਾ, ਇੱਥੇ 2 ਨਹੀਂ ਆਉਂਦਾ, ਮਤਲਬ 2 0 ਵਾਰੀ ਆਉਂਦਾ। ਠੀਕ ਹੈ, ਇੱਥੇ 2 ਨਹੀਂ ਆਉਂਦਾ, ਆਪਾਂ ਉਹਨੂੰ ਕਹਿ ਸਕਦੇ 2 ਦੀ ਪਾਵਰ 0 ਆ, ਇੱਥੇ 2 ਦੀ ਪਾਵਰ 1 ਵਾ। ਤਾਂ ਵੱਡੀ ਕਿਹੜੀ ਹੋਈ ਬੇਟਾ ਪਾਵਰ 1, ਇੱਥੇ 2 ਦੀ ਪਾਵਰ 1 ਹੋ ਗਈ। 7 ਇੱਥੇ ਬੇਟਾ 1 ਵਾਰੀ ਆਉਂਦਾ, ਇੱਥੇ 7 ਨਹੀਂ ਆਉਂਦਾ, ਮਤਲਬ 7 ਦੀ ਪਾਵਰ 0 ਆ। ਠੀਕ ਹੈ, ਇੱਥੇ 7 1 ਵਾਰੀ, ਇੱਥੇ 7 0 ਵਾਰੀ, ਤਾਂ ਵੱਡੀ ਕਿਹੜੀ ਪਾਵਰ ਹੋਈ 1। 13 ਬੇਟਾ ਇੱਥੇ ਵੀ 1 ਵਾਰੀ ਆਉਂਦਾ, ਇੱਥੇ ਵੀ 1 ਵਾਰੀ ਆਉਂਦਾ, ਅਤੇ 1 ਅਤੇ 1 'ਚੋਂ ਤਾਂ 1 ਹੀ ਵੱਡਾ ਹੁੰਦਾ। ਠੀਕ ਹੈ, ਤਾਂ ਆਪਾਂ 1 ਵਾਰੀ ਲਾ ਦਾਂਗੇ। ਇਹ ਬੇਟਾ ਇੱਦਾਂ LCM ਕੱਢੀ ਦਾ। LCM ਲਈ ਕੀ ਕਰਨਾ, ਤੁਸੀਂ ਜਿਹੜੇ ਅਭਾਜ ਗੁਣਨਖੰਡ ਤੁਹਾਨੂੰ ਦੋਨਾਂ 'ਚ ਦਿਖਾਈ ਦਿੰਦੇ ਆ ਉਹ ਤੁਸੀਂ ਲਿਖ ਲੈਣੇ ਆ, ਇੱਕ ਇੱਕ ਵਾਰੀ ਲਿਖਣੇ ਆ। ਉਸ ਤੋਂ ਬਾਅਦ ਕੀ ਕਰਨਾ ਆ, ਜਿਹੜੀ ਵੱਡੀ ਪਾਵਰ ਆ ਉਹਨਾਂ ਦੀ ਉਹ ਤੁਸੀਂ ਲਿਖਣੀ ਆ। ਜਿੱਦਾਂ 2 ਦੀ ਇੱਥੇ 1 ਆ, ਇੱਥੇ 2 ਦੀ 0 ਆ ਅਤੇ 1 ਲਿਖ ਲਈ। 7 ਦੀ ਇੱਥੇ 1 ਆ ਅਤੇ ਇੱਥੇ 7 ਦੀ 0 ਆ, 1 ਲਿਖ ਲਈ।
13 ਦੀ ਇੱਥੇ ਵੀ ਇੱਕ ਆ, ਇੱਥੇ ਵੀ ਇੱਕ, ਜੇ ਬਰਾਬਰ ਹੋਣ ਤਾਂ ਫਿਰ ਉਹੀ ਲਿਖ ਲੈਣੀ ਆ ਆਪਾਂ। ਹੁਣ ਬੇਟਾ ਇਹਨਾਂ ਨੂੰ ਆਪਾਂ ਗੁਣਾ ਕਰਾਂਗੇ, ਇਹਨਾਂ ਨੂੰ ਗੁਣਾ ਕਰਕੇ ਕੀ ਆ ਜਾਏਗਾ ਸਾਡੇ ਕੋਲ ਲਾਸਾ-ਵਾ। ਠੀਕ ਹੈ, 13 7 91, 91 ਨੂੰ ਬੇਟਾ 2 ਨਾ ਕਰੀਏ, ਇਹ ਬਣ ਜਾਣਾ 182। ਇਹ ਸਾਡਾ ਕੀ ਆ ਗਿਆ ਬੇਟਾ, ਇਹ ਸਾਡਾ ਲਾਸਾ-ਵਾ ਆ ਗਿਆ, ਆ ਸਾਡਾ ਮਾਸਾ-ਵਾ ਆ ਗਿਆ। ਹੁਣ ਆਪਾਂ ਬੇਟਾ ਕੀ ਚੈੱਕ ਕਰਨਾ ਆ, ਆਪਾਂ ਇਹ ਚੈੱਕ ਕਰਨਾ ਜਿਹੜਾ ਫਾਰਮੂਲਾ ਆ ਕਿ ਦੋਨਾਂ ਸੰਖਿਆਵਾਂ ਦਾ ਗੁਣਨਫਲ ਇਹਨਾਂ ਦੋਨਾਂ ਨੂੰ ਗੁਣਾ ਕਰੀਏ ਅਤੇ ਇੱਧਰ ਮਾਸਾ-ਵਾ ਅਤੇ ਲਾਸਾ-ਵਾ ਨੂੰ ਗੁਣਾ ਕਰੀਏ। ਆਪਾਂ ਇਹ ਦੇਖਣਾ ਉਹ ਬਰਾਬਰ ਆਉਂਦਾ ਕਿ ਨਹੀਂ ਆਉਂਦਾ। ਠੀਕ ਹੈ ਬੇਟਾ, ਹੁਣ ਬੇਟਾ ਆਪਾਂ ਲਿਖੀਏ ਦੋਨਾਂ ਸੰਖਿਆਵਾਂ ਦਾ ਗੁਣਨਫਲ। ਦੋਨੇ ਸੰਖਿਆਵਾਂ ਕਿਹੜੀਆਂ ਸਾਡੇ ਕੋਲ ਬੇਟਾ, 26 ਅਤੇ 91। ਪਹਿਲਾਂ ਤਾਂ ਆਪਾਂ ਗੁਣਨਫਲ ਕਰੀਏ, 26 ਗੁਣਾ 91। 26 ਨੂੰ ਬੇਟਾ ਜੇ ਮੈਂ 91 ਨਾਲ ਗੁਣਾ ਕਰਾਂ, ਇਹ ਮੇਰੇ ਕੋਲ ਆ ਜਾਣਾ 2366। ਠੀਕ ਹੈ, ਹੁਣ ਮੈਂ ਲਿਖਣਾ ਆ HCF × LCM, ਯਾਨੀ HCF ਅਤੇ LCM ਦਾ ਗੁਣਨਫਲ, ਮਾਸਾ-ਵਾ ਅਤੇ ਲਾਸਾ-ਵਾ ਦਾ ਗੁਣਨਫਲ। ਮਾਸਾ-ਵਾ ਸਾਡੇ ਕੋਲ ਬੇਟਾ 13, ਠੀਕ ਹੈ, ਅਤੇ ਲਾਸਾ-ਵਾ ਕਿੰਨਾ 182। ਜੇ ਇਹਨਾਂ ਨੂੰ ਬੇਟਾ ਮੈਂ ਗੁਣਾ ਕਰਾਂ, ਇਹ ਵੀ 2366 ਹੋਣਾ। ਤੁਸੀਂ ਕਰ ਲੈਣਾ, ਚੈੱਕ ਕਰਕੇ ਦੇਖ ਲੈਣਾ ਬੇਟਾ, ਇੰਨਾ ਹੀ ਆਏਗਾ। ਠੀਕ ਹੈ, ਹੁਣ ਇਹਨਾਂ ਤੋਂ ਕੀ ਪਤਾ ਲੱਗਾ ਕਿ ਦੋਨਾਂ ਸੰਖਿਆਵਾਂ ਦਾ ਗੁਣਨਫਲ ਕਿਹਦੇ ਬਰਾਬਰ ਆ, HCF ਗੁਣਾ LCM ਦੇ। ਸੋ ਇੱਥੇ ਆ ਗਿਆ ਸਾਡੇ ਕੋਲ ਫਾਰਮੂਲਾ ਬਣ ਗਿਆ, ਦੋਨਾਂ ਸੰਖਿਆਵਾਂ ਦਾ ਗੁਣਨਫਲ ਬਰਾਬਰ ਆ ਮਾਸਾ-ਵਾ ਗੁਣਾ ਲਾਸਾ-ਵਾ। ਇਹ ਬੇਟਾ ਫਾਰਮੂਲਾ ਆ, ਇਹ ਬਹੁਤ ਤੁਹਾਡੇ ਕੰਮ ਆਉਣਾ, ਇਹ ਤੁਸੀਂ ਇਹਨੂੰ ਯਾਦ ਰੱਖਣਾ। ਠੀਕ ਹੈ, ਜਦੋਂ ਬੇਟਾ ਦੋ ਸੰਖਿਆਵਾਂ ਦੀ ਨਾ ਸਾਡੇ ਕੋਲ, ਜਿੱਦਾਂ ਦੋ ਸੰਖਿਆਵਾਂ ਦਿੱਤੀਆਂ ਹੋਣ, ਉਹਦੇ ਵਿੱਚ ਬੇਟਾ ਇਹ ਫਾਰਮੂਲਾ ਲੱਗਦਾ। 3 ਨਾਲ ਇਹ ਨਹੀਂ ਲੱਗਣਾ ਇਹ ਫਾਰਮੂਲਾ ਕਿ 3 ਨੂੰ ਆਪਾਂ ਗੁਣਾ ਕਰਾਂਗੇ ਤਾਂ ਉਹਨਾਂ ਦਾ ਮਾਸਾ-ਵਾ ਅਤੇ ਲਾਸਾ-ਵਾ ਨੂੰ ਗੁਣਾ ਕਰਾਂਗੇ ਬਰਾਬਰ ਆਏਗਾ, ਇੱਦਾਂ ਨਹੀਂ ਹੁੰਦਾ। ਦੋ ਸੰਖਿਆਵਾਂ ਜਦੋਂ ਬੇਟਾ, ਉਦੋਂ ਹੀ ਇਹ ਫਾਰਮੂਲਾ ਤੁਹਾਡੇ ਕੋਲ ਲੱਗਣਾ। ਹੁਣ ਬੇਟਾ ਆਪਾਂ ਕਰੀਏ ਇਹਦਾ ਸੈਕੰਡ ਕੁਐਸਚਨ। ਹੁਣ ਬੇਟਾ ਆਪਣੇ ਕੋਲ ਹੈ 510 ਅਤੇ 92, ਸੈਕੰਡ ਕੁਐਸਚਨ ਆ ਸੈਕੰਡ ਦਾ। ਇਹਦੇ ਵਿੱਚ ਵੀ ਪਹਿਲਾਂ ਆਪਾਂ ਮਾਸਾ-ਵਾ ਅਤੇ ਲਾਸਾ-ਵਾ ਕੱਢਣਾ ਹੈ। ਮਾਸਾ-ਵਾ ਅਤੇ ਲਾਸਾ-ਵਾ ਕੱਢਣ ਲਈ ਬੇਟਾ ਕੀ ਕਰਨਾ, ਆਪਾਂ ਇਹਨਾਂ ਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਨੀ, ਜਿਹਨੂੰ ਆਪਾਂ ਕਹਿੰਦੇ ਅਭਾਜ ਗੁਣਨਖੰਡ ਕਰਨੇ, ਇਹਦੇ ਅਭਾਜ ਗੁਣਨਖੰਡ ਬਣਾਉਣੇ ਆ। ਦੇਖੋ ਬੇਟਾ, ਇੱਕ ਹੁੰਦੀ ਅਭਾਜ ਗੁਣਨਖੰਡ, ਇੱਕ ਹੁੰਦਾ ਲਾਸਾ-ਵਾ। ਲਾਸਾ-ਵਾ ਕਈ ਵਾਰ ਆਪਾਂ ਆ ਵੀ ਤਰੀਕਾ ਹੁੰਦਾ ਨਾ ਲਾਸਾ-ਵਾ ਕੱਢਣ ਦਾ, ਆਪਾਂ ਕੀ ਕਰ ਦਿੰਦੇ ਸੀ, ਇੱਥੇ 2 ਰਕਮਾਂ ਲੈ, ਇੱਥੇ 5 ਆ, ਇੱਥੇ 10, ਆਪਾਂ ਇਹਨਾਂ ਦਾ ਲਾਸਾ-ਵਾ ਕੱਢ ਦਿੰਦੇ ਸੀ ਨਾ। ਜਦੋਂ ਇੱਦਾਂ ਦੋ ਸੰਖਿਆਵਾਂ ਨੂੰ ਆਪਾਂ ਇੱਦਾਂ 5 ਨਾਲ ਕਰਦੇ ਹਾਂ, 5 × 5, 5 ਦੂਣੀ 10, 5 ਦੂਣੀ 10 ਇਹਨਾਂ ਦਾ ਲਾਸਾ-ਵਾ ਕਹਿੰਦਾ। ਇਹ ਵੀ ਇੱਕ ਮੈਥਡ ਆ ਲਾਸਾ-ਵਾ ਕੱਢਣ ਦਾ। ਇਹ ਜਦੋਂ ਬੇਟਾ ਦੋ ਸੰਖਿਆਵਾਂ ਦਾ ਇੱਦਾਂ ਕਰਦੇ ਉਹਨੂੰ ਲਾਸਾ-ਵਾ ਕਹਿੰਦੇ ਆ। ਪਰ ਜਦੋਂ ਕੱਲੀ ਰਕਮ ਦਾ ਇੱਦਾਂ ਕਰੀਦਾ, ਜਿੱਦਾਂ ਕੱਲੀ ਸੰਖਿਆ ਇਹਦਾ ਆਪਾਂ ਕਰਦੇ ਹਾਂ, ਉਹ ਬੇਟਾ ਅਭਾਜ ਗੁਣਨਖੰਡ ਹੁੰਦੇ ਆ। ਠੀਕ ਹੈ, ਜਦੋਂ ਇੱਦਾਂ ਕੱਲੀ ਰਕਮ ਦੇ ਕਰੀਦੇ ਉਹ ਅਭਾਜ ਗੁਣਨਖੰਡ ਹੁੰਦੇ। ਜਿੱਦਾਂ 92 ਦੇ ਇਕੱਲੇ ਕਰਨੇ ਆ ਅਭਾਜ ਗੁਣਨਖੰਡ ਆ, ਵਿੱਚ ਦੋਨਾਂ ਦਾ ਮੈਂ ਇਕੱਠੇ ਕਰ ਦੇਵਾਂ, ਇੱਕੋ ਹੀ ਵਾਰੀ ਤੇ ਲੈ ਕੇ ਇੱਥੇ 510 ਇੱਥੇ 92 ਲੈ ਕੇ, ਉਹ ਲਾਸਾ-ਵਾ ਹੁੰਦਾ, ਉਹ ਆਪਾਂ ਲਾਸਾ-ਵਾ ਕੱਢਦੇ ਹਾਂ। ਉਹਦੇ ਵਿੱਚ ਆਪਾਂ ਇੱਥੇ ਕੋਈ ਵੀ ਨੰਬਰ ਲਿਖ ਸਕਦੇ ਹਾਂ, ਸਿੱਧਾ 10 ਵੀ ਲਿਖ ਸਕਦੇ ਹਾਂ, ਭਾਜ ਸੰਖਿਆ ਵੀ ਲਿਖ ਸਕਦੇ ਹਾਂ, ਇੱਥੇ ਅਭਾਜ ਵੀ ਲਿਖ ਸਕਦੇ ਹਾਂ, ਕੋਈ ਵੀ ਸੰਖਿਆ ਲਿਖ ਸਕਦੇ ਇੱਥੇ। ਪਰ ਇੱਥੇ ਬੇਟਾ ਆਪਾਂ ਇਕੱਲੇ ਅਭਾਜ ਗੁਣਨਖੰਡ ਬਣਾਉਂਦੇ ਹੁੰਦੇ, ਇਹ 'ਚ ਇਕੱਲੀ ਅਭਾਜ ਸੰਖਿਆਵਾਂ ਇੱਥੇ ਹੋਣੀਆਂ, ਇੱਥੇ ਅਭਾਜ ਸੰਖਿਆਵਾਂ ਹੀ ਹੋਣੀਆਂ। ਇੱਥੇ ਕੁਛ ਵੀ ਲਿਖ ਸਕਦੇ ਹਾਂ ਲਾਸਾ-ਵਾ ਵਿੱਚ, 10 ਨਾਲ ਵੀ ਮੈਂ ਸਿੱਧਾ ਕਰ ਸਕਦਾ, ਜੇ 10 ਨਾਲ ਦੋਨੇ ਜਾਂਦੀਆਂ ਨੇ। ਠੀਕ ਹੈ, ਇਹ ਫਰਕ ਹੁੰਦਾ ਇਹਨਾਂ 'ਚ। ਹੁਣ ਆਪਾਂ ਕਰ ਰਹੇ ਹਾਂ ਅਭਾਜ ਗੁਣਨਖੰਡ। ਇੱਥੇ ਦੇਖੋ ਬੇਟਾ 0 ਆ ਰਿਹਾ, ਲਾਸਟ 'ਚ 0 ਆ ਰਿਹਾ ਤਾਂ ਆਪਾਂ ਇਹਨੂੰ 2 ਨਾਲ ਕਰ ਦਾਂਗੇ। ਠੀਕ ਹੈ, 2 ਨਾਲ ਕਰ ਦਾਂਗੇ ਬੇਟਾ ਇਹਨੂੰ। ਹੁਣ ਆਪਾਂ 2 ਨਾਲ ਬੇਟਾ ਆਪਾਂ ਹੁਣ ਕਰੀਏ, ਦੇਖੋ 2 ਦੇ ਪਹਾੜੇ ਵਿੱਚ 5 ਤਾਂ ਨਹੀਂ ਆਉਂਦਾ, 5 ਤੋਂ ਛੋਟਾ ਕੀ ਹੁੰਦਾ 4, ਆਪਾਂ 4 ਬਣਾ ਲੈਂਦੇ ਹਾਂ। 2 ਦੂਣੀ 4, 5 ਤੋਂ 4 ਕੱਢੀਏ ਬੇਟਾ ਕਿੰਨਾ ਹੁੰਦਾ 1, ਇੱਕ ਇੱਥੇ ਲੱਗ ਗਿਆ, ਕਿੰਨਾ ਬਣ ਗਿਆ ਬੇਟਾ 11, ਤਾਂ 2 5 10, 11 ਚੋਂ 10 ਬੇਟਾ ਕੱਢੀਏ ਕਿੰਨਾ ਹੁੰਦਾ 1, ਇੱਕ ਫੇਰ ਇਹਦੇ ਨਾਲ ਲੱਗ ਗਿਆ, ਇਹ ਕੀ ਬਣ ਗਿਆ ਹੁਣ 10, 2 5 10। ਠੀਕ ਹੈ, ਇਹ ਤਾਂ ਹੋ ਗਿਆ ਖਤਮ। ਹੁਣ ਆਪਾਂ ਬੇਟਾ ਲਾਸਟ 'ਚ ਕੀ ਆਇਆ 5, ਜਿਹਦੇ ਐਂਡ 'ਤੇ 5 ਹੋਵੇ ਉਹ 5 ਨਾਲ ਭਾਗ ਹੋ ਜਾਂਦਾ। ਇਹਨੂੰ ਹੁਣ ਮੈਂ 5 ਨਾਲ ਕਰੂੰਗਾ, 2 ਤਾਂ ਛੋਟਾ ਹੈ ਉਹ ਬਣਨਾ ਨਹੀਂ, 25 ਬਣਾਵਾਂਗੇ। ਪਹਿਲੀ ਵਾਰੀ ਬੇਟਾ ਆਪਾਂ 2 ਇੱਦਾਂ ਨੰਬਰ ਲੈ ਸਕਦੇ ਹਾਂ, ਅਗਲੀ ਵਾਰ ਜਦੋਂ ਅੱਗੇ ਇੱਥੇ ਨਹੀਂ ਆਪਾਂ 2 ਇਕੱਠੇ ਲੈ ਸਕਦੇ। ਠੀਕ ਹੈ, ਇੱਥੇ ਆਪਾਂ 2 ਇਕੱਠੇ ਲੈ ਸਕਦੇ ਹਾਂ। ਪਹਿਲਾਂ 5 ਤੋਂ 25 ਬਣਾਉਣਾ, 5 5 25, 25 ਤਾਂ ਖਤਮ ਹੋ ਗਿਆ, ਆ 5 ਬਚਿਆ ਇਕੱਲਾ, 5 × 5। ਠੀਕ ਹੈ, ਹੁਣ ਬੇਟਾ ਇਹ ਕਿੱਥੇ ਜਾਏਗਾ, ਹੁਣ ਇਹ 3 'ਤੇ ਚੱਲ ਜਾਂਦਾ। 3 ਨੂੰ ਆਪਾਂ ਕਰੀਏ 3 × 3, 5 3 ਕੱਢੀਏ 2, 2 ਇੱਥੇ ਲੱਗ ਗਿਆ ਬੇਟਾ, ਕਿੰਨਾ ਬਣ ਗਿਆ 21, 3 7 21। ਹੁਣ ਬੇਟਾ 17 ਆ, 17 ਕੀ ਇੱਕ ਅਭਾਜ ਸੰਖਿਆ ਆ, ਇਸ ਲਈ ਇਹ ਤਾਂ ਅੱਗੇ ਜਾਣਾ ਹੀ ਨਹੀਂ, ਇੰਨੇ ਰਹੇ। ਜਿੱਥੇ ਥੱਲੇ ਅਭਾਜ ਸੰਖਿਆ ਬਚੇ ਉੱਥੇ ਛੱਡ ਦੇਣਾ ਬੇਟਾ ਆਪਾਂ। ਤਾਂ 510 ਨੂੰ ਮੈਂ ਕਿੱਦਾਂ ਲਿਖ ਸਕਦਾ ਪਤਾ, 2 × 5 × 3 × 17। ਹੁਣ 92 ਦੇ ਬਣਾਈਏ ਇੱਦਾਂ ਹੀ। 92 ਬੇਟਾ ਜਿੱਦਾਂ ਲਾਸਟ 2 ਆ, ਜੇ ਐਂਡ 'ਤੇ 2 ਲੱਗਾ ਹੋਵੇ ਉਹ ਜਿਸ ਸੰਖਿਆ ਹੁੰਦੀ ਆ, ਜੇ ਜਿਸ ਸੰਖਿਆ ਜਿਹੜੀ ਆ 2 ਨਾਲ ਭਾਗ ਹੋ ਹੀ ਜਾਂਦੀ ਆ। ਹੁਣ 2 ਤੋਂ 9 ਬਣਾਉਣਾ, 9 ਤਾਂ ਆਉਂਦਾ ਨਹੀਂ 2 ਦੇ ਪਹਾੜੇ 'ਚ, 2 ਚੌਕੇ 8। ਠੀਕ ਹੈ, 9 ਚੋਂ 8 ਕੱਢੀਏ ਬੇਟਾ ਕਿੰਨਾ ਹੁੰਦਾ 1, ਇੱਕ ਇਹਦੇ ਨਾਲ ਲੱਗ ਗਿਆ, ਇਹ ਕਿੰਨਾ ਬਣ ਗਿਆ 12, 2 ਛਿਕੇ 12। ਹੁਣ ਫੇਰ ਇਹ ਜਿਸ ਸੰਖਿਆ ਐਂਡ 'ਤੇ 6 ਲੱਗਾ ਆ, ਇਹ ਫੇਰ 2 'ਤੇ ਕਰਾਂਗੇ, 2 ਦੂਣੀ 4, 2 ਤੀਏ 6। ਹੁਣ ਕੀ ਬੇਟਾ ਬਚ ਗਿਆ ਸਾਡੇ ਕੋਲ 23, 23 ਕੀ ਇੱਕ ਅਭਾਜ ਸੰਖਿਆ ਆ, ਇਹ ਤੋਂ ਅੱਗੇ ਆਪਾਂ ਨਹੀਂ ਕਰ ਸਕਦੇ, ਇੱਥੇ ਛੱਡ ਦੇਣਾ। ਹੁਣ ਮੈਂ 92 ਨੂੰ ਵੀ ਅਭਾਜ ਗੁਣਨਖੰਡ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖਣ ਲੱਗਾ। 92 ਨੂੰ ਕਿੱਦਾਂ ਲਿਖ ਸਕਦੇ ਹਾਂ ਆਪਾਂ, 2 × 2 × 23। ਠੀਕ ਹੈ, ਇਹਨੂੰ ਮੈਂ ਇੱਦਾਂ ਵੀ ਲਿਖ ਸਕਦਾ 2 ਦੀ ਪਾਵਰ 2 × 23।
2 ਦੀ ਪਾਵਰ 2 ਗੁਣਾ 23। ਹੁਣ ਦੇਖੋ ਇਹਦੇ ਵਿੱਚ ਹੁਣ ਆਪਾਂ ਇਹਦਾ HCF ਕੱਢੀਏ। HCF ਜਿਹਨੂੰ ਆਪਾਂ ਕਹਿੰਦੇ ਆ ਮਾਸਵਾ ਕਿੱਦਾਂ ਕੱਢਣਾ ਬੇਟਾ? ਦੇਖੋ ਪਹਿਲਾਂ ਮੈਂ ਦੱਸਿਆ ਸੀ ਮਾਸਵਾ ਕਿੱਦਾਂ ਕੱਢੀ, ਜਿਹੜੇ ਦੋਨਾਂ 'ਚ ਕਾਮਨ ਆਉਂਦੀ, ਜਿਹੜੀ ਦੋਨਾਂ 'ਚ ਸਾਂਝੀ ਰਕਮ ਆ, ਪਹਿਲਾਂ ਉਹ ਫੈਕਟਰ ਦੇਖਣਾ। ਜਿੱਦਾਂ 2 ਬੇਟਾ 2 ਇਹ 'ਚ ਵੀ ਆ ਰਿਹਾ ਆ, 2 ਇਹ 'ਚ ਵੀ ਆ ਰਿਹਾ ਆ, ਠੀਕ ਹੈ ਨਾ। ਹੋਰ ਬੇਟਾ ਦੇਖੋ 23 ਇਹ 'ਚ ਆ ਰਿਹਾ, ਇਹ 'ਚ ਨਹੀਂ ਆ ਰਿਹਾ, 5 ਇਹ 'ਚ ਆ ਰਿਹਾ, ਇਹ 'ਚ ਨਹੀਂ ਆ ਰਿਹਾ, 3 ਇਹ 'ਚ ਆ ਰਿਹਾ, ਇਹ 'ਚ ਨਹੀਂ ਆ ਰਿਹਾ ਨਾ। ਦੇਖੋ 92 ਦੇ ਆ ਫੈਕਟਰ ਅਤੇ 510 ਦੇ ਆ, ਇਹਨਾਂ ਦੋਨਾਂ 'ਚ 2 ਹੀ ਕਾਮਨ ਆ। ਤਾਂ ਮਾਸਵਾ ਕੀ ਹੁੰਦਾ, ਜਿਹੜੀ ਦੋਨਾਂ 'ਚ ਕਾਮਨ ਆ ਪਹਿਲਾਂ ਉਹ ਲਿਖੀਦਾ, ਫਿਰ ਕੀ ਕਰੀਦਾ ਬੇਟਾ ਉਹਦੀ ਛੋਟੀ ਪਾਵਰ ਲਿਖੀ ਦੀ ਆ। ਇੱਥੇ 2 ਦੀ ਪਾਵਰ ਕਿੰਨੀ ਆ? 1। ਇੱਥੇ 2 ਦੀ ਪਾਵਰ ਕਿੰਨੀ ਬੇਟਾ? 2। ਅਤੇ ਛੋਟੀ ਕਿਹੜੀ ਹੋਈ? 1 ਲਿਖ ਲੈਣਾ ਆਪਾਂ। 2 ਦੀ ਪਾਵਰ 1 ਕਿੰਨਾ ਦਾ ਬੇਟਾ? 2। ਯਾਨੀ ਇਹ ਕੀ ਹੈਗਾ ਸਾਡਾ ਮਾਸਾਵਾ। ਹੁਣ ਆਪਾਂ ਕੱਢੀਏ ਬੇਟਾ ਲਾਸਾਵਾ। ਲਾਸਾਵਾ ਜਿਹਨੂੰ ਆਪਾਂ LCM ਕਹਿੰਦੇ ਹਾਂ, ਲੀਸਟ ਕਾਮਨ ਮਲਟੀਪਲ, ਠੀਕ ਹੈ। ਲਾਸਾਵਾ ਕਿੱਦਾਂ ਕਰਨਾ? ਹੁਣ ਬੇਟਾ ਦੇਖੋ ਲਾਸਾਵਾ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਜਿਹੜੇ ਵੀ ਫੈਕਟਰ ਇੱਥੇ ਦਿਖਾਈ ਦਿੰਦੇ, ਜਿਹੜੇ ਵੀ ਗੁਣਨਖੰਡ ਦਿਖਾਈ ਦਿੰਦੇ ਆ, ਭਾਜ ਸੰਖਿਆਵਾਂ ਤੁਹਾਨੂੰ ਇੱਥੇ ਦਿਖਾਈ ਦਿੰਦੀਆਂ ਜਿਹੜੀਆਂ ਵੀ, ਉਹ ਸਾਰੀਆਂ ਲਿਖ ਲੈਣੀਆਂ ਇਹਦੇ ਵਿੱਚ, ਪਹਿਲੇ ਵਾਲੇ 'ਚ ਅਤੇ ਦੂਜੇ ਵਾਲੇ 'ਚ। ਜਿਹੜੀਆਂ ਵੀ ਭਾਜ ਸੰਖਿਆਵਾਂ ਤੁਹਾਨੂੰ ਦਿਖਾਈ ਦਿੰਦੀਆਂ ਉਹ ਲਿਖ ਲਓ। ਜਿੱਦਾਂ ਪਹਿਲੇ ਦੀ ਮੈਂ ਗੱਲ ਕਰਾਂ, ਇੱਥੇ ਮੈਨੂੰ 2 ਦਿਖਾਈ ਦਿੰਦਾ, ਮੈਂ 2 ਲਿਖ ਲਿਆ। ਇੱਥੇ ਮੈਨੂੰ 5 ਵੀ ਦਿਖਾਈ ਦੇ ਰਿਹਾ, ਮੈਂ 5 ਲਿਖ ਲਿਆ। 3 ਵੀ ਦਿਖਾਈ ਦੇ ਰਿਹਾ, ਮੈਂ 3 ਲਿਖ ਲਿਆ। 17 ਵੀ ਦਿਖਾਈ ਦੇ ਰਿਹਾ, ਮੈਂ 17 ਲਿਖ ਲਿਆ। ਹੁਣ 2 ਤਾਂ ਮੈਂ ਪਹਿਲਾਂ ਹੀ ਲਿਖ ਲਿਆ, ਦਿਖਾਈ ਦੇ ਰਿਹਾ ਮੈਨੂੰ 2 ਵੀ, ਪਰ ਮੈਂ ਪਹਿਲਾਂ ਹੀ ਲਿਖ ਲਿਆ। 23 ਮੈਂ ਪਹਿਲਾਂ ਨਹੀਂ ਲਿਖਿਆ, ਦੇਖੋ ਨਾ 23 ਮੈਂ ਪਹਿਲਾਂ ਨਹੀਂ ਲਿਖਿਆ, ਮੈਂ 23 ਵੀ ਲਿਖੂੰਗਾ, ਬਸ ਹੋ ਗਏ ਨਾ ਸਾਰੇ ਬੇਟਾ। ਆਹ ਵੀ ਲਿਖ ਲਿਆ ਆਪਾਂ, ਦੇਖੋ 2, 5 ਵੀ ਲਿਖ ਲਿਆ, 3 ਵੀ ਲਿਖ ਲਿਆ, 17 ਵੀ ਲਿਖ ਲਿਆ, 23 ਵੀ ਲਿਖ ਲਿਆ। 2 ਵਾਰੀ ਨਹੀਂ ਬੇਟਾ ਲਿਖਣਾ ਨਾ। ਹੁਣ ਕੀ ਕੀਤਾ ਆਪਾਂ ਲਾਸਾਵਾ ਵਿੱਚ? ਕੀ ਕਰੀਦਾ, ਜਿਹੜੇ ਵੀ ਇਹ 'ਚ ਭਾਜ ਗੁਣਨਖੰਡ ਦਿਖਾਈ ਦਿੰਦੇ ਆ ਉਹ ਸਾਰੇ ਆਪਾਂ ਇੱਥੇ ਲਿਖ ਲਈਦੇ ਆ। ਹੁਣ ਕੀ ਕਰਨਾ ਬੇਟਾ, ਲਾਸਾਵਾ ਵਿੱਚ ਕੀ ਕਰੀਦਾ, ਆਪਾਂ ਇਹਨਾਂ ਦੀ ਵੱਡੀ ਪਾਵਰ ਲਿਖੀ ਦੀ ਆ। ਜਿੱਦਾਂ 2 ਦੀ ਗੱਲ ਕਰੀਏ, ਪਹਿਲਾਂ 2 ਦੀ ਬੇਟਾ ਇੱਥੇ ਪਾਵਰ 1 ਆ, ਇੱਥੇ 2 ਆ, ਤਾਂ ਵੱਡੀ ਕਿਹੜੀ ਹੋਈ? 2। ਆਪਾਂ 2 ਦੀ 2 ਲਿਖ ਲਈ, ਠੀਕ ਹੈ। 5 ਦੀ ਗੱਲ ਕਰੀਏ, 5 ਦੀ ਬੇਟਾ ਇੱਥੇ 1 ਵਾ, ਇੱਥੇ 5 ਦੀ ਪਾਵਰ 0 ਆ, 5 ਹੈ ਨਹੀਂ, ਮਤਲਬ 5 ਦੀ ਪਾਵਰ 0 ਆ, ਠੀਕ ਹੈ। ਤਾਂ ਵੱਡੀ ਕਿਹੜੀ ਹੋਈ? 1 ਅਤੇ 0 ਤੋਂ 1। 3 ਦੀ ਗੱਲ ਕਰੀਏ ਬੇਟਾ, ਇੱਥੇ 3 ਦੀ ਪਾਵਰ 1 ਆ, ਇੱਥੇ 3 ਹੈ ਨਹੀਂ, 3 ਹੈ ਨਹੀਂ ਤਾਂ ਮਤਲਬ 3 ਦੀ ਪਾਵਰ 0, ਇੱਥੇ 3 ਦੀ 1, ਤਾਂ ਵੱਡੀ ਕਿਹੜੀ ਹੋਈ? 1। 17 ਇੱਥੇ 1 ਪਾਵਰ ਆ, ਇੱਥੇ 17 ਹੈ ਹੀ ਨਹੀਂ, 17 ਹੈ ਨਹੀਂ ਤਾਂ ਮਤਲਬ 17 ਦੀ ਪਾਵਰ 0, ਤਾਂ ਵੱਡੀ ਕਿਹੜੀ ਹੋਈ ਬੇਟਾ? 1। ਇੱਦਾਂ 23, ਇੱਥੇ 23 ਹੈ ਨਹੀਂ ਗਾ, 23 ਦੀ ਪਾਵਰ 0 ਆ, ਇੱਥੇ 23 1 ਵਾ, ਤਾਂ ਵੱਡਾ ਕਿਹੜਾ ਹੋਇਆ? 1, ਠੀਕ ਹੈ। ਇਹ ਬੇਟਾ ਮੇਰੇ ਕੋਲ ਹੁਣ ਹੋ ਗਿਆ 2 ਦੀ ਪਾਵਰ 2 ਗੁਣਾ 5 ਗੁਣਾ 3 ਗੁਣਾ 17 ਗੁਣਾ 23। ਪਾਵਰ 1 ਦਾ ਮਤਲਬ ਹੁੰਦਾ 23, 23 ਦੀ ਪਾਵਰ 1 ਦਾ ਮਤਲਬ 23 ਹੁੰਦਾ। ਹੁਣ ਆਪਾਂ ਹੁਣ ਗੁਣਾ ਕਰੀਏ, 2 ਦੀ ਪਾਵਰ 2 ਕਿੰਨਾ ਦਾ ਬੇਟਾ? 4। 4 ਨੂੰ 5 ਨਾਲ, ਫਿਰ 3 ਨਾਲ, ਫਿਰ 17 ਨਾਲ, ਫਿਰ 23 ਨਾਲ। ਇਹਨਾਂ ਨੂੰ ਬੇਟਾ ਜੇ ਗੁਣਾ ਕਰੋਗੇ ਤੁਸੀਂ, ਇਹ ਤੁਹਾਡੇ ਕੋਲ ਆ ਜਾਣਾ 23460। ਇਹ ਸਾਡਾ ਕੀ ਆ ਗਿਆ? ਲਾਸਾਵਾ, ਠੀਕ ਹੈ। ਹੁਣ ਬੇਟਾ ਆਪਾਂ ਚੈੱਕ ਕਰੀਏ, ਫਿਰ ਉਹੀ ਫਾਰਮੂਲਾ ਲਗਾਈਏ ਗੁਣਨਫਲ, ਇਹਨਾਂ ਦਾ ਗੁਣਨਫਲ ਅਤੇ ਮਾਸਾਵਾ ਅਤੇ ਲਾਸਾਵਾ ਦਾ ਗੁਣਨਫਲ, ਦੇਖੀਏ ਬਰਾਬਰ ਆਇਆ ਕਿ ਨਹੀਂ ਹੁੰਦਾ। ਪਹਿਲਾਂ ਲਿਖਣਾ ਦੋਨਾਂ ਸੰਖਿਆਵਾਂ ਦਾ ਗੁਣਨਫਲ। ਦੋਨਾਂ ਸੰਖਿਆਵਾਂ ਦਾ ਗੁਣਨਫਲ। ਦੋਨੇ ਸੰਖਿਆਵਾਂ ਕਿਹੜੀਆਂ ਬੇਟਾ ਮੇਰੇ ਕੋਲ? ਪਹਿਲੀ ਸੀ 592, 510, ਦੂਜੀ ਸੀ 92। ਇਹਨਾਂ ਨੂੰ ਜੇ ਮੈਂ ਗੁਣਾ ਕਰਾਂ, 510 ਅਤੇ 92 ਨੂੰ ਜੇ ਮੈਂ ਗੁਣਾ ਕਰਾਂ ਬੇਟਾ, ਦੇਖੀਏ ਕਿੰਨਾ ਆਉਂਦਾ। ਸੋ ਇਹਨਾਂ ਨੂੰ ਗੁਣਾ ਕਰਕੇ ਬੇਟਾ ਆ ਜਾਏਗਾ ਮੇਰਾ 46920, ਠੀਕ ਹੈ। ਹੁਣ ਆਪਾਂ ਲਿਖਾਂਗੇ ਲਾਸਾ LCM ਇੰਟੂ HCF, ਜਿਹਨੂੰ ਆਪਾਂ ਕਹਿੰਦੇ ਹਾਂ ਲਾਸਾਵਾ ਗੁਣਾ ਮਾਸਾਵਾ। ਇਹ ਦੇਖੇ ਕਿੰਨਾ ਆਇਆ। ਲਾਸਾਵਾ ਬੇਟਾ ਸਾਡਾ ਹੈ 23460, ਮਾਸਾਵਾ ਹੈ 2। ਜਿਹਨਾਂ ਨੂੰ ਮੈਂ ਗੁਣਾ ਕਰਾਂ ਇਹ ਵੀ ਬੇਟਾ ਇੰਨਾ ਹੀ ਬਣਨਾ। ਸੋ ਆਪਾਂ ਚੈੱਕ ਕਰ ਲਿਆ ਕਿ ਦੋਨਾਂ ਸੰਖਿਆਵਾਂ ਦਾ ਗੁਣਨਫਲ ਕਿਹਦੇ ਬਰਾਬਰ ਆ? ਲਾਸਾਵਾ ਗੁਣਾ ਮਾਸਾਵਾ, ਠੀਕ ਹੈ। ਇਹਦੇ ਵਿੱਚ ਵੀ ਇਹ ਕੀ ਆ, ਜਾਂਚ ਆਪਾਂ ਕਰ ਲਈ। ਹੁਣ ਬੇਟਾ ਸਾਡੇ ਕੋਲ ਤੋਂ ਅਗਲਾ ਕੁਐਸਚਨ। ਹੁਣ ਬੇਟਾ ਮੇਰੇ ਕੋਲ ਸੈਕਿੰਡ ਦਾ ਥਰਡ ਪਾਰਟ 336 ਅਤੇ 54, ਠੀਕ ਹੈ। ਇਹਨੂੰ ਬੇਟਾ ਹੁਣ ਮੈਂ ਕਰਦਾ, ਇਹਨੂੰ ਮੈਂ 2 ਨਾ ਕਰਾਂ ਜੀ, ਕਿਉਂਕਿ ਇਹਦੇ ਐਂਡ 'ਤੇ 6 ਆ। ਜਿਹਦੇ ਐਂਡ 'ਤੇ 0 2 4 6 ਹੋਵੇ ਉਹ 2 ਨਾਲ ਡਿਵਾਈਡ ਹੋਈ ਜਾਂਦੀ ਆ। ਇਹਨੂੰ ਮੈਂ 2 ਨਾ ਕਰਕੇ ਦੇਖਾਂ, ਕਿਉਂਕਿ ਇਹ ਜਿਸ ਸੰਖਿਆ ਆ। ਦੇਖੋ 2 ਦੇ ਪਹਾੜੇ 'ਚ 3 ਨਹੀਂ ਆਉਂਦਾ ਬੇਟਾ, ਤਾਂ 3 ਤੋਂ ਛੋਟਾ ਕੀ ਹੁੰਦਾ? 2 2 1 2, 3 'ਚ 2 ਕੱਢੀ ਬੇਟਾ ਕਿੰਨਾ ਹੁੰਦਾ? 1 1 ਇੱਥੇ ਲੱਗ ਗਿਆ, ਕਿੰਨਾ ਬਣ ਗਿਆ ਬੇਟਾ? 13। 2 ਦੇ ਪਹਾੜੇ 'ਚ 13 ਨਹੀਂ ਹੁੰਦਾ, 2 ਛਿਕੇ 12 ਹੁੰਦਾ। 13 ਚੋਂ 12 ਕੱਢੀ ਕਿੰਨਾ ਹੁੰਦਾ ਬੇਟਾ? 1 1 ਇਹਦੇ ਨਾਲ ਲੱਗ ਗਿਆ, ਇਹ ਕਿੰਨਾ ਬਣ ਗਿਆ? 16। 2 8 16, ਠੀਕ ਹੈ। ਹੁਣ ਫਿਰ ਐਂਡ 'ਤੇ 8 ਆ, ਇਹ ਵੀ ਜਿਸਤ ਸੰਖਿਆ ਹੈ, ਇਹਨੂੰ ਵੀ ਮੈਂ 2 ਨਾਲ ਕਰ ਸਕਦਾ। ਇਹਦਾ ਸਿੱਧਾ ਹੀ ਬੇਟਾ 2 8 16 ਅਤੇ 8 ਕਿੱਦਾਂ ਬਣਦਾ? 2 ਚੌਕੇ 8। ਇਹ ਵੀ ਸਿੱਧਾ ਹੀ ਬੇਟਾ, ਹੁਣ 2 ਚੌਕੇ 8, 2 ਦੂਣੀ 4। ਫਿਰ ਬੇਟਾ ਸਿੱਧਾ ਹੀ ਆ, 2 ਦੂਣੀ 2 ਏਕਮ। ਹੁਣ ਬੇਟਾ ਇਹ ਟਾਂਕ ਸੰਖਿਆ ਬਣ ਗਈ, ਇਹਨੂੰ 3 ਨਾਲ ਕਰਕੇ ਦੇਖਿਆ, 3 7 21, ਠੀਕ ਹੈ। ਤੋ 336 ਨੂੰ
मैं किद्दां लिखूँगा 2 2 किन्नी रहंदे बेटा 1 2 3 ते 4 वारी 2 2 2 गुणा 3 गुणा 7 यानी इनू मैं इद्दां लिख सकदा 2 दी पावर 4 गुणा 3 गुणा 7 ठीक है। हुण आपां बनाईए 54 दे तां बेटा सिंपल ही आ ये जिस संख्या आपां इहनूं 2 नाल करांगे 2 दे पहाड़े 'च 5 नहीं हुंदा 5 तो छोटा की हुंदा 4 2 दूणी 4 5 में 4 कड्ढिए बेटा एक इत्थे लग गया 14 बन गया 2 7 14। ਹੁਣ बेटा ये बन गई है टांक संख्या इनू आप 3 ना करांगे सानू पता 3 दे पहाड़े 'च आउंदी आ 3 नया 27 फिर 3 ना करांगे 3 तीए 9 आप 336 दे लिख लए आ। ਹੁਣ आप लिखिए 54 दे 54 दे बेटा किन्ना देखो 2 एक वारी आया 3 किन्नी वारी आया 3 वारी इनू मैं इदां लिख सकदा 2 गुणा 3 दी पावर 3 ठीक है। ਹੁਣ बेटा साडा ये तो आ गया अभाज गुणनखंड है ना। ਹੁਣ ਆਪਾਂ ਕੱਢਣਾ ਕੀ ਇਹਨਾਂ ਦਾ ਮਸਵ ਜਿਹਨੂੰ ਆਪਾਂ ਕਹਿੰਦੇ ਆ HCF ਮਹਾਸਵਾ ਕਿੱਦਾਂ ਕੱਢਣਾ बेटा ਤੁਹਾਨੂੰ ਦੱਸਿਆ ਪਹਿਲਾਂ ਜਿਹੜੇ ਦੋਨਾਂ 'ਚ ਕਾਮਨ ਆ ਉਹ ਲਿਖਣੇ ਆ ਜਿਹੜੇ ਦੋਨਾਂ 'ਚ ਸਾਂਝੇ ਆ ਦੇਖੋ ਇਹਦੇ ਵਿੱਚ ਮੈਨੂੰ 2 ਦਿਖਾਈ ਦੇ ਰਿਹਾ ਆ ਇਹ 'ਚ ਵੀ 2 ਦਿਖਾਈ ਦੇ ਰਿਹਾ 2 ਦੋਨਾਂ 'ਚ ਆਉਂਦਾ ਮੈਂ ਲਿਖ ਲਿਆ ਇਹਦੇ 'ਚ बेटा 3 ਆਉਂਦਾ ਆ ਇਹ 'ਚ ਵੀ 3 ਆਉਂਦਾ ਆ 3 ਵੀ ਦੋਨਾਂ 'ਚ ਆਉਂਦਾ मैं लिख लिया ठीक है। ਜਿਹੜੇ ਦੋਨਾਂ 'ਚ ਆਉਂਦੇ ਆ ਪਹਿਲਾਂ ਮੈਂ ਉਹ ਲਿਖ ਲਏ ਫਿਰ ਕੀ ਕਰੀਦਾ बेटा ਉਹਦੀ ਛੋਟੀ ਪਾਵਰ ਜਦੋਂ ਮਹਾਸਵਾ ਕੱਢਣਾ ਤਾਂ ਛੋਟੀ ਪਾਵਰ ਜਦੋਂ ਲਾਸਵਾ ਕੱਢਣਾ ਤਾਂ ਵੱਡੀ ਪਾਵਰ। ਹੁਣ 2 ਦੀ ਪਾਵਰ ਛੋਟੀ ਕਿਹੜੀ ਦੇਖੀਏ ਇੱਥੇ बेटा 2 ਆਉਂਦਾ 4 ਵਾਰੀ 2 ਦੀ ਪਾਵਰ 4 ਆ ਇੱਥੇ 2 ਆਉਂਦਾ 1 ਵਾਰੀ 2 ਦੀ ਪਾਵਰ 1 ਆ ਛੋਟਾ ਕਿਹੜਾ 1 ਤਾਂ 1 ਲਿਖ ਲਿਆ। ਇੱਥੇ 3 ਦੀ ਦੇਖਿਓ बेटा 3 ਦੀ ਇੱਥੇ 1 ਆ ਪਾਵਰ 3 1 ਵਾਰੀ ਆਉਂਦਾ ਇੱਥੇ 3 ਕਿੰਨੀ ਵਾਰੀ ਆਉਂਦਾ 3 ਵਾਰੀ ਤਾਂ ਛੋਟੀ ਕਿਹੜੀ ਹੋਈ 1 ਤੇ 3 ਚੋਂ 1 ਆ ਲਾਤਾ ਆਪਾਂ 1 2 ਦੀ ਪਾਵਰ 1 ਹੁੰਦਾ 2 3 ਦੀ ਪਾਵਰ 1 ਹੁੰਦਾ 3 ਤੇ 2 ਤੀ ਕਿੰਨਾ ਬਣ ਗਿਆ बेटा ਇਹ 6 ਬਣ ਗਿਆ। ਹੁਣ ਆਪਾਂ ਇਹਦਾ ਆ ਗਿਆ ਸਾਡਾ ਮਹਾਸਵਾ। ਹੁਣ बेटा ਆਪਾਂ ਕੱਢੀਏ ਲਾਸਵਾ ਦੇਖੋ ਲਾਸਵਾ ਵਿੱਚ ਕੀ ਆ ਸੀ ਤੁਹਾਨੂੰ ਮੈਂ ਵੀ ਜਿਹੜੇ ਵੀ ਅਭਾਜ ਗੁਣਨਖੰਡ ਦਿਖਾਈ ਦਿੰਦੇ ਆ ਇੱਚ ਤੇ ਇੱਚ ਦੋਨਾਂ ਦੇ ਅਭਾਜ ਗੁਣਨਖੰਡ ਵਿੱਚ ਜਿਹੜੇ ਵੀ ਗੁਣਨਖੰਡ ਦਿਖਾਈ ਦਿੰਦੇ ਆ ਅਭਾਜ ਤੁਸੀਂ ਲਿਖ ਲੈਣੇ ਆ। ਜਿੱਦਾਂ ਇੱਚ ਮੈਨੂੰ ਦਿਖਾਈ ਦੇ ਰਿਹਾ 2 3 7 ਪਹਿਲਾਂ ਮੈਂ ਲਿਖ ਲੈਣਾ 2 3 7। ਹੁਣ ਦੂਜੇ 'ਚ ਦੇਖੋ ਇਹ 'ਚ ਮੈਨੂੰ ਦਿਖਾਈ ਦੇ ਰਿਹਾ 2 ਤੇ 3 2 ਤੇ 3 ਦਾ ਆਪਾਂ ਪਹਿਲਾਂ ਹੀ ਲਿਖਿਆ ਠੀਕ ਹੈ। ਇਹਦਾ ਮਤਲਬ ਹੋਰ ਨਹੀਂ ਕੋਈ ਨੰਬਰ ਲਿਖਣਾ ਆਪਾਂ 2 3 7 ਹੀ ਸੀਗਾ ਉਹ ਲਿਖ ਲਿਆ ਆਪਾਂ ਪਹਿਲਾਂ ਸਾਰੇ ਮੈਂ ਅਭਾਜ ਗੁਣਨਖੰਡ ਲਿਖ ਲਏ। ਹੁਣ ਇਹਨਾਂ ਦੀ ਵੱਡੀ ਪਾਵਰ ਲਿਖਣੀ ਆ ਲਾਸਵਾ ਵਿੱਚ ਇੱਥੇ बेटा 2 ਦੀ ਪਾਵਰ ਕਿੰਨੀ ਆ 4 ਇੱਥੇ 2 ਦੀ ਪਾਵਰ ਕਿੰਨੀ ਆ 1 ਤਾਂ ਵੱਡੀ ਕਿਹੜੀ ਹੋਈ बेटा 4 ਠੀਕ ਹੈ। ਇੱਥੇ 3 ਦੀ ਪਾਵਰ ਕਿੰਨੀ ਆ 1 ਇੱਥੇ 3 ਦੀ ਪਾਵਰ ਕਿੰਨੀ ਆ 3 ਤਾਂ ਵੱਡੀ ਕਿਹੜੀ ਹੋਈ 1 ਤੇ 3 ਚੋਂ 3 ਇੱਥੇ ਮੈਂ ਲਿਖਤੀ ਦੀ ਪਾਵਰ 3 ਇੱਥੇ 7 ਦੀ ਪਾਵਰ बेटा 1 ਆ ਇੱਥੇ 7 ਹੈ ਹੀ ਨਹੀਂ ਜੇ 7 ਹੈ ਨਹੀਂ ਤੈਨੂੰ ਮੈਂ ਇੱਦਾਂ ਵੀ ਕਹਿ ਸਕਦਾ 7 ਦੀ ਪਾਵਰ 0 ਕਿਉਂਕਿ ਕਿਸੇ ਦੀ ਪਾਵਰ 0 1 ਹੁੰਦਾ ਆ ਠੀਕ ਹੈ। 7 ਦੀ ਪਾਵਰ 0 ਇੱਥੇ 7 ਦੀ ਪਾਵਰ 1 ਤਾਂ ਵੱਡੀ ਕਿਹੜੀ ਹੋਈ 1 ਲਿਖ ਲਿਆ ਠੀਕ ਹੈ। ਇਹ ਸਾਡਾ ਕੀ ਆ ਲਾਸਾ। ਹੁਣ ਇਹਨੂੰ ਮੈਂ ਵੈਲਿਊ ਕੱਢ ਲੈਣੀ ਹੈ 2 ਦੀ ਪਾਵਰ 4 ਦਾ ਮਤਲਬ बेटा 2 ਨੂੰ 4 ਵਾਰੀ ਗੁਣਾ ਕਰਨਾ 3 ਦੀ ਪਾਵਰ 3 ਦਾ ਮਤਲਬ 3 ਨੂੰ 3 ਵਾਰੀ ਗੁਣਾ ਕਰਨਾ ਗੁਣਾ 7 बेटा। ਹੁਣ ਇਹਨਾਂ ਨੂੰ ਗੁਣਾ ਕਰੀਏ 2 दूनी 4 4 दूनी 8 8 दूनी 16 ठीक है। 16 ਨੂੰ बेटा ਫਿਰ 3 3 9 27 ਨੇ ਗੁਣਾ ਕਰਨਾ ਫਿਰ ਉਹਨੂੰ 7 ਨਾਲ ਗੁਣਾ ਕਰਨਾ ठीक है। ये साढ़े को ये बेटा आ गया साढ़ा हूँ 30 24 ठीक है 3024 आ गया इन्होंने मल्टीप्लाई करके गुणा करके। हुण बेटा आप करिए दोनों संख्यावां दा गुणनफल। पहली संख्या किहड़ी सी बेटा साढ़े कोल पहली सी 336 दूजी सी 54 जे बेटा इन्होंने मैं गुणा करा तो मेरे को गुणनफल आ जाना इन्हां दा गुणनफल बेटा मेरे को आ जाना 18144 इन्हां दा बेटा गुणनफल कितना आ गया मेरे को 18144 ठीक है। फिर इस तो बाद बेटा मैं करा मासवा दे लासवा नूं गुणा मासवा मेरे को कितना मासवा मेरे को बेटा है 6 लासवा कितना 3024 इन्होंने बेटा जे मैं गुणा करा ये भी इन्ना ही आएगा 18144 ठीक है। तो दोनों देखा मैं दोनों संख्यावां दे गुणनफल ते मासवा ते लासवा दोनों क्या आए सेम। सो इस केस में भी थर्ड क्वेश्चन में भी आप जाँच कर ली आ कि दोनों संख्यावां का गुणनफल किहदे बराबर हुंदा मासवा गुणा लासवा दे ठीक है बेटा। ये बेटा साडा जिहड़ा सैकेंड क्वेश्चन आ वो कंप्लीट हुंदा आ। इस तो बाद आप करांगे थर्ड क्वेश्चन।